ਸਤਨਾਮ ਵਾਹਿਗੁਰੂ ਸਾਹਿਬ ਜੀ। ਡੰਡੌਤ ਵੰਦਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਣਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਤੇਰਾ ਕੀਤਾ ਜਾਤੋ ਨਾਹੀ, ਮੈਨੁ ਜੋਗ ਕੀ ਤੋਈ। ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਤਰਸ ਪਿਆ ਮਹਿਰਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪਹਿਲਾ। ਅਧਿਆਤਮ ਕਰਮ ਕਰੇ ਤਾਂ ਸਾਚਾ, ਮੁਕਤ ਭੇਦ ਕਿਆ ਜਾਣੈ ਕਾਚਾ। ਅਧਿਆਤਮ ਕਰਮ ਕਰੇ ਤਾਂ ਸਾਚਾ, ਮੁਕਤ ਭੇਦ ਕਿਆ ਜਾਣੈ ਕਾਚਾ। ਐਸਾ ਜੋਗੀ ਜੁਗਤ ਵਿਚਾਰੈ, ਪੰਚ ਮਾਰ ਸਾਚ ਉਰ ਧਾਰੈ। ਰਹਾਉ ਜਿਸ ਕੈ ਅੰਤਰ ਸਾਚ ਸਮਾਵੈ, ਜੋਗ ਜੁਗਤ ਕੀ ਕੀਮਤ ਪਾਵੈ। ਰਾਵ ਸਸ ਏਕੋ ਗ੍ਰਹਿ ਉਦਿਆਨੈ, ਕਰਨੀ ਕੀਰਤ ਕਰਮ ਸਮਾਨੈ। ਏਕ ਸ਼ਬਦ ਇਕ ਭਿਖੀਆ ਮੰਗੈ, ਗਿਆਨ ਧਿਆਨ ਜੁਗਤ ਸਚ ਜਾਗੈ। ਭੈ ਰਚ ਰਹੈ ਨ ਬਾਹਰ ਜਾਏ, ਕੀਮਤ ਕੌਣ ਕਹੈ ਲਿਵ ਲਾਏ। ਆਪੇ ਮੇਲੇ ਭਰਮ ਚੁਕਾਏ, ਗੁਰ ਪ੍ਰਸਾਦ ਪਰਮ ਪਦ ਪਾਏ। ਗੁਰ ਕੀ ਸੇਵਾ ਸ਼ਬਦ ਵਿਚਾਰ, ਹਉਮੈ ਮਾਰੇ ਕਰਨੀ ਸਾਰ। ਜਪ ਤਪ ਸੰਜਮ ਪਾਠ ਪੁਰਾਣ, ਕਹੋ ਨਾਨਕ ਅਪਰੰਪਰ ਮਾਨ। ਜਪ ਤਪ ਸੰਜਮ ਪਾਠ ਪੁਰਾਣ, ਕਹੋ ਨਾਨਕ ਅਪਰੰਪਰ ਮਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ, ਲੋਕ ਪਰਲੋਕ ਦੇ ਰਾਖੇ। ਜਾਹਰਾ ਜਹੂਰ ਹਾਜਰਾ ਹਜੂਰ, ਸਰਬ ਕਲਾ ਭਰਪੂਰ। ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ, ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ
ਗੁਰੂ ਦੀ ਬਾਣੀ ਦੀ ਵਿਚਾਰ ਸ਼ਰਾਵਣ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ, ਡੰਡੌਤ ਵੰਦਨਾ ਕਰਦੇ ਹੋਏ, ਅਰਦਾਸਾਂ ਬੇਨਤੀਆਂ ਕਰਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ 223 ਅੰਗ ਤੇ ਗੌੜੀ ਰਾਗ ਦੇ ਅੰਦਰ ਅਸ਼ਟਪਦੀਆਂ 8 ਪਦਿਆਂ ਵਾਲੇ ਸ਼ਬਦ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਹਨ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਿੱਧਾਂ ਦੇ ਨਾਲ ਵਿਚਾਰ ਹੈ। ਸਿੱਧਾਂ ਦੇ ਪ੍ਰਥਾਏ ਪਿੱਛੇ ਬਾਣੀ ਉਚਾਰਨ ਕੀਤੀ ਹੈ ਕਿ ਇੱਥੇ ਮਹਾਰਾਜ ਜੀ ਨੂੰ ਕਹਿਣ ਲੱਗੇ, ਹੇ ਅੰਤਰਜਾਮੀ ਸਤਿਗੁਰੂ ਜੀ, ਪਰਮੇਸ਼ਰ ਦੀ ਪ੍ਰਾਪਤੀ ਦੇ ਸਾਧਨ ਕਿਹੜੇ ਹਨ? ਸਿੱਧਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਦੋਂ ਅਕਾਲ ਪੁਰਖ ਦੀ ਜੋਤ ਸਮਝ ਲਿਆ ਤੇ ਉਹਨਾਂ ਦਾ ਮਨ ਬਦਲ ਗਿਆ ਕਿ ਇਹ ਪਰਮੇਸ਼ਰ ਦੇ ਨਾਲ ਮਿਲਾਉਣ ਵਾਲੇ ਹਨ। ਉਹ ਰਿਧੀਆਂ ਸਿੱਧੀਆਂ ਦੇ ਨਾਲ, ਆਪਣੀਆਂ ਤਾਕਤਾਂ ਦੇ ਨਾਲ ਲੋਕਾਂ ਨੂੰ ਆਪਣੇ ਚੇਲੇ ਬਣਾ ਕੇ ਆਪਣਾ ਪੰਥ ਵਧਾਉਣਾ ਕਰਦੇ ਸੀ। ਤੇ ਇਸੇ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪਰਮੇਸ਼ਰ ਦਾ ਰੂਪ ਦੇ ਕੇ ਪਰਮੇਸ਼ਰ ਨੇ ਆਪ ਇੱਥੇ ਭੇਜਿਆ ਸੀ ਕਿ ਕਰਾਮਾਤੀ ਸਾਧੂ ਇਸ ਸੰਸਾਰ ਨੂੰ ਆਪਣੇ ਮਗਰ ਲਾ ਲੈਣਗੇ, ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਣੀ। ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਆ ਕੇ ਸਿੱਧਾਂ ਨਾਲ ਬੜੀ ਚਰਚਾ ਹੋਈ, ਚਰਚਾ ਦੇ ਵਿੱਚ ਸਿੱਧ ਹਾਰ ਗਏ। ਫੇਰ ਮਗਰ ਲੱਗ ਗਏ ਮਹਾਰਾਜ ਜੀ ਦੇ, ਮਹਾਰਾਜ ਦੀ ਸਿੱਖਿਆ ਤੇ ਚੱਲਣ ਲੱਗ ਗਏ। ਕਹਿਣ ਲੱਗੇ, ਹੇ ਅੰਤਰਜਾਮੀ, ਅੰਦਰ ਦੀ ਜਾਣਨ ਵਾਲੇ ਸਤਿਗੁਰੂ ਜੀ, ਪਰਮੇਸ਼ਰ ਦੀ ਪ੍ਰਾਪਤੀ ਦੇ ਸਾਧਨ ਕਿਹੜੇ ਹਨ? ਤਾਂ ਗੁਰੂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਬਾਣੀ ਦੁਆਰਾ ਫਰਮਾਉਂਦੇ ਹਨ। ਕਹਿਣ ਲੱਗੇ, ਅਧਿਆਤਮ ਕਰਮ ਕਰੇ ਤਾਂ ਸਾਚਾ। ਕਿ ਹੇ ਭਾਈ, ਅਧਿਆਤਮ ਆਤਮਾ ਦੀ ਪ੍ਰਾਪਤੀ ਵਾਸਤੇ ਨਿਸਕਾਮ ਕਰਮ ਕਰਨਾ ਕਰੇ ਤਾਂ ਸਾਚਾ, ਤਾਂ ਸੱਚ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ, ਉਸ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਅਧਿਆਤਮ ਕਰਮ ਕਰੇ ਤਾਂ ਸਾਚਾ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਅਧਿਆਤਮ ਆਤਮਾ ਦੀ ਪ੍ਰਾਪਤੀ ਕਰਕੇ ਜਦੋਂ ਆਤਮਾ ਇਸ ਜੀਵ ਦੇ ਵਿੱਚ ਹੈ, ਇਹ ਪ੍ਰਾਪਤੀ ਹੋ ਗਈ, ਉਸ ਤੋਂ ਬਾਅਦ ਫਿਰ ਨਿਸਕਾਮ ਕਰਮ ਕਰਨਾ ਕਰੇ, ਇੱਛਾ ਤੋਂ ਰਹਿਤ ਕਰਮ ਕਰਨੇ ਕਰੇ, ਕੋਈ ਵੀ ਇੱਛਾ ਨਾ ਰਹੇ, ਤਾਂ ਸਾਚਾ, ਤਾਂ ਸੱਚ ਸਰੂਪ ਦੀ ਉਸ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਅਧਿਆਤਮ ਕਰਮ ਬ੍ਰਹਮ ਦੀ ਵਿਚਾਰ ਦੇ ਸਾਧਨ ਕਰੇ। ਬ੍ਰਹਮ ਦੀ ਵਿਚਾਰ ਦੇ ਸਾਧਨ ਕਰੇ, ਜਿਹੜੇ ਸਾਧਨ ਦੇ ਨਾਲ ਬ੍ਰਹਮ ਗਿਆਨੀ ਬਣਦੇ ਹਨ, ਉਹ ਸਾਧਨ ਕਰੇ ਤਾਂ ਸੱਚਾ ਪਰਮੇਸ਼ਰ ਪ੍ਰਾਪਤ ਹੋ ਜਾਂਦਾ ਹੈ। ਅਤੇ ਮੁਕਤ ਭੇਦ ਕਿਆ ਜਾਣੈ ਕਾਚਾ। ਅਤੇ ਜਿਹੜਾ ਸਤ ਸੰਤੋਖ ਵਿਵੇਕ ਬੈਰਾਗ ਆਦਿ ਸਾਧਨਾ ਤੋਂ ਕੱਚਾ ਬਾਹਰ ਮੁਖੀ ਬਿਰਤੀ ਵਾਲਾ ਹੈ, ਕਿ ਪਰਮੇਸ਼ਰ ਦੇ ਨਾਲ ਬਿਰਤੀ ਨਹੀਂ ਲਾਉਂਦਾ, ਬਾਹਰ ਸੰਸਾਰੀ ਚੀਜ਼ਾਂ ਦੇ ਵਿੱਚ ਬਿਰਤੀ ਲਾ ਕੇ ਰੱਖਣ ਵਾਲਾ ਹੈ, ਉਹ ਮੁਕਤੀ, ਉਹ ਕਲਿਆਣ ਸਰੂਪ ਦੇ ਭੇਦ ਨੂੰ ਕੀ ਜਾਣ ਸਕਦਾ ਹੈ? ਭਾਵ ਉਹ ਪਰਮਾਦੀ ਜੀਵ ਕੁਝ ਨਹੀਂ ਜਾਣ ਸਕਦਾ, ਉਹ ਪਰਮੇਸ਼ਰ ਦੀ ਗੱਲ ਨੂੰ ਨਹੀਂ ਸਮਝ ਸਕਦਾ, ਉਹ ਲੋਕਾਂ ਦੀਆਂ ਗੱਲਾਂ ਦੇ ਵਿੱਚ ਹੀ ਉਲਝਿਆ ਰਹਿੰਦਾ ਹੈ, ਸੰਸਾਰ ਦੇ ਵਿੱਚ ਹੀ ਉਲਝਿਆ ਰਹਿੰਦਾ ਹੈ। ਮਹਾਰਾਜ ਜੀ ਕਹਿਣ ਲੱਗੇ ਕਿ ਜਿਹੜੇ ਸਤ ਸੰਤੋਖ ਵਿਵੇਕ ਬੈਰਾਗ ਆਦਿਕ ਸਾਧਨਾ ਤੋਂ ਕੱਚੇ ਬਾਹਰ ਮੁਖੀ ਬਿਰਤੀ ਵਾਲਾ ਹੈ,
ਉਹ ਮੁਕਤੀ ਕਲਿਆਣ ਸਰੂਪ ਦੇ ਰਹੱਸ ਨੂੰ, ਭੇਦ ਨੂੰ ਕੀ ਜਾਣ ਸਕਦਾ ਹੈ। ਭਾਵ ਉਹ ਪ੍ਰਮਾਦੀ ਜੀਵ ਕੁਝ ਨਹੀਂ ਜਾਣ ਸਕਦਾ। ਮਹਾਰਾਜ ਜੀ ਅੱਗੇ ਕਹਿਣ ਲੱਗੇ, ਐਸਾ ਜੋਗੀ ਜੁਗਤ ਵਿਚਾਰੈ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਅਜਿਹਾ ਜੋਗੀ ਹੋਣਾ ਚਾਹੀਦਾ ਹੈ। ਤੁਸੀਂ ਜੋਗੀ, ਜੋਗ ਧਾਰ ਕੇ ਜੋਗੀ ਹੋਏ ਹੋ। ਕਹਿਣ ਲੱਗੇ ਗੁਰੂ ਨਾਨਕ ਦੇਵ ਜੋਗੀਆਂ ਨੂੰ, ਸਿੱਧਾਂ ਨੂੰ, ਕਿ ਅਜਿਹਾ ਜੋਗੀ ਹੋਣਾ ਚਾਹੀਦਾ ਹੈ। ਜੁਗਤ ਵਿਚਾਰੈ, ਜੋ ਪਰਮੇਸ਼ਰ ਦੇ ਵਿੱਚ ਬਿਰਤੀ ਨੂੰ ਜੋੜਨ ਦੀ ਜੁਗਤੀ ਨੂੰ ਵਿਚਾਰ ਨਾ ਕਰੇ। ਐਸਾ ਜੋਗੀ ਜੁਗਤ ਵਿਚਾਰੈ, ਅਜਿਹਾ ਜੋਗੀ ਹੋਣਾ ਚਾਹੀਦਾ ਹੈ। ਮਹਾਰਾਜ ਜੀ ਕਹਿਣ ਲੱਗੇ, ਜੁਗਤ ਵਿਚਾਰੈ, ਜੋ ਪਰਮੇਸ਼ਰ ਦੇ ਵਿੱਚ ਬਿਰਤੀ ਨੂੰ ਜੋੜਨ ਦੀ ਜੁਗਤੀ ਨੂੰ ਵਿਚਾਰ ਨਾ ਕਰੇ। ਜਦੋਂ ਜੁਗਤੀ ਨੂੰ ਵਿਚਾਰ ਨਾ ਕਰੇ, ਪੰਜ ਮਾਰ ਸਾਚ ਉਰ ਧਾਰੈ, ਅਤੇ ਪੰਜ ਕਾਮ ਆਦਿਕਾਂ ਨੂੰ ਮਾਰ ਕਰਕੇ, ਨਾਸ ਕਰਕੇ, ਸਾਚ ਉਰ ਧਾਰੈ, ਸੱਚੇ ਨਾਮ ਨੂੰ ਉਰ ਹੁੰਦਾ ਹਿਰਦੇ ਵਿੱਚ ਧਾਰਨ ਕਰੇ, ਵਸਾ ਲਵੇ, ਫਿਰ ਉਹ ਪਰਮੇਸ਼ਰ ਨੂੰ ਪ੍ਰਾਪਤ ਕਰ ਸਕਦਾ ਹੈ। ਪਰਮੇਸ਼ਰ ਦੀ ਪ੍ਰਾਪਤੀ ਦੇ ਸਾਧਨ ਹਨ। ਮਹਾਰਾਜ ਜੀ ਕਹਿਣ ਲੱਗੇ, ਐਸਾ ਜੋਗੀ ਜੁਗਤ ਵਿਚਾਰੈ, ਪੰਜ ਮਾਰ ਸਾਚ ਉਰ ਧਾਰੈ, ਕਿ ਅਜਿਹਾ ਜੋਗੀ ਹੋਣਾ ਚਾਹੀਦਾ ਹੈ। ਪਰਮੇਸ਼ਰ ਦੀ ਪ੍ਰਾਪਤੀ ਦਾ ਸਾਧਨ ਕਰਨਾ ਚਾਹੀਦਾ ਹੈ, ਜੋ ਪਰਮੇਸ਼ਰ ਦੇ ਵਿੱਚ ਬਿਰਤੀ ਨੂੰ ਜੋੜਨ ਦੀ ਜੁਗਤੀ ਨੂੰ ਵਿਚਾਰ ਨਾ ਕਰੇ। ਪੰਜ ਮਾਰ ਸਾਚ ਉਰ ਧਾਰੈ, ਅਤੇ ਪੰਜ ਕਾਮ ਆਦਿਕਾਂ ਨੂੰ ਮਾਰ ਕਰਕੇ, ਨਾਸ ਕਰਕੇ, ਸਾਚ ਉਰ ਧਾਰੈ, ਸਾਚ ਸੱਚੇ ਨਾਮ ਨੂੰ ਉਰ ਹੁੰਦਾ ਹਿਰਦੇ ਦੇ ਵਿੱਚ ਧਾਰਨ ਕਰੇ, ਵਸਾ ਲਵੇ। ਰਹਾਉ, ਵਿਸਰਾਮ ਦੇ ਕੇ ਮਹਾਰਾਜ ਜੀ ਅੱਗੇ ਕਥਨ ਕਰਦੇ ਹਨ, ਜਿਸ ਕੈ ਅੰਤਰ ਸਾਚ ਵਸਾਵੈ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਜਿਸ ਦੇ ਅੰਦਰ ਹਿਰਦੇ ਵਿੱਚ ਗੁਰੂ ਜੀ ਉਪਦੇਸ਼ ਦੇ ਕੇ ਸੱਚਾ ਨਾਮ ਵਸਾ ਦਿੰਦੇ ਹਨ। ਜਿਸ ਕੈ ਅੰਤਰ ਸਾਚ ਵਸਾਵੈ, ਕਿ ਜਿਸ ਦੇ ਅੰਦਰ ਹਿਰਦੇ ਵਿੱਚ ਗੁਰੂ ਜੀ ਉਪਦੇਸ਼ ਦੇ ਕੇ ਸੱਚਾ ਨਾਮ ਵਸਾ ਦਿੰਦੇ ਹਨ, ਜੋਗ ਜੁਗਤ ਕੀ ਕੀਮਤ ਪਾਵੈ। ਉਹ ਜੁੜਨੇ ਯੋਗ ਪਰਮੇਸ਼ਰ ਵਿੱਚ ਜੁੜਨ ਦੀ ਜੁਗਤੀ ਦੀ ਕੀਮਤ ਤਾਈਂ ਪਾ ਲੈਂਦਾ ਹੈ। ਪ੍ਰਭੂ ਪ੍ਰਾਪਤੀ ਦੀ ਕੀਮਤ ਨੂੰ ਪਾ ਲੈਂਦਾ ਹੈ, ਜਿਸ ਦੇ ਹਿਰਦੇ ਵਿੱਚ ਗੁਰੂ ਜੀ ਉਪਦੇਸ਼ ਦੇ ਕੇ ਸੱਚਾ ਨਾਮ ਵਸਾ ਦਿੰਦੇ ਹਨ। ਨਾਮ ਵਸਣ ਦੇ ਨਾਲ ਹੀ ਉਹ ਜੁੜਨੇ ਯੋਗ ਪਰਮੇਸ਼ਰ ਵਿੱਚ ਜੁੜਨ ਦੀ ਜੁਗਤੀ ਦੀ ਕੀਮਤ ਪਾ ਲੈਂਦਾ ਹੈ, ਪ੍ਰਭੂ ਪ੍ਰਾਪਤੀ ਦੀ ਕੀਮਤ ਨੂੰ ਪਾ ਲੈਂਦਾ ਹੈ। ਮਹਾਰਾਜ ਜੀ ਕਹਿਣ ਲੱਗੇ, ਰਾਵ ਸਸ ਏਕੋ ਗ੍ਰਹਿ ਉਦਿਆਨੈ। ਰਾਵ ਕਿਹਾ ਸੂਰਜ ਨੂੰ, ਸਸ ਕਿਹਾ ਚੰਦਰਮਾ ਨੂੰ। ਮਹਾਰਾਜ ਜੀ ਕਹਿਣ ਲੱਗੇ, ਸੂਰਜ ਵਿੱਚ ਵੀ ਚੰਦਰਮਾ ਵਿੱਚ ਵੀ ਇੱਕ ਪਰਮੇਸ਼ਰ ਗ੍ਰਹਿ ਉਦਿਆਨੈ, ਗ੍ਰਹਿ ਘਰਾਂ ਵਿੱਚ ਵੀ, ਉਦਿਆਨੈ ਉਜਾੜ ਵਿੱਚ ਵੀ, ਉਹ ਇੱਕ ਸਰੂਪ ਪਰਮੇਸ਼ਰ ਹੀ ਹੈ। ਰਾਵ ਸਸ ਏਕੋ ਗ੍ਰਹਿ ਉਦਿਆਨੈ, ਕਿ ਰਾਵ ਸੂਰਜ ਵਿੱਚ ਵੀ, ਸਸ ਚੰਦਰਮਾ ਵਿੱਚ ਵੀ, ਗ੍ਰਹਿ ਘਰਾਂ ਵਿੱਚ ਵੀ, ਉਦਿਆਨੈ ਉਜਾੜ ਵਿੱਚ ਵੀ, ਉਹ ਇੱਕੋ ਅਦਵੈਤ ਸਰੂਪ ਪਰਮੇਸ਼ਰ ਹੀ ਹੈ। ਪਰ ਸੂਰਜ ਦੀ ਨਿਆਈ ਵਿਵੇਕ ਵਾਲਿਆਂ ਦੇ ਅੰਦਰ, ਚੰਦਰਮਾ ਦੀ ਨਿਆਈ ਬੈਰਾਗ ਬਾਨਾਂ ਵਿੱਚ, ਗ੍ਰਹਿ ਗ੍ਰਸਤੀਆਂ ਵਿੱਚ, ਉਦਿਆਨੈ ਉਜਾੜ ਵਿੱਚ ਰਹਿਣ ਵਾਲੇ ਬਾਣ ਪ੍ਰਾਸਤੀਆਂ ਵਿੱਚ ਵੀ,
ਇੱਕੋ ਹੀ ਅਦਵੈਤ ਸਰੂਪ ਵਾਹਿਗੁਰੂ ਹੀ ਹੈ ਕਿ ਜਿਨ੍ਹਾਂ ਦੇ ਹਿਰਦੇ ਰੂਪੀ ਘਰ ਦੇ ਅੰਦਰ ਗਿਆਨ ਰੂਪੀ ਸੂਰਜ ਚੜ੍ਹਿਆ ਹੋਇਆ ਹੈ ਤੇ ਬੈਰਾਗ ਰੂਪੀ ਚੰਦਰਮਾ ਚੜ੍ਹਿਆ ਹੋਇਆ ਹੈ। ਉਹ ਸੰਸਾਰ ਰੂਪੀ ਉਦਿਆਨਾ ਉਜਾੜ ਵਿੱਚ ਵੀ ਤੇ ਹਿਰਦੇ ਰੂਪੀ ਘਰ ਵਿੱਚ ਵੀ ਇੱਕੋ ਨੂੰ ਹੀ ਵੇਖਦੇ ਹਨ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਅਪਰੋਖ ਗਿਆਨ ਰੂਪੀ ਸੂਰਜ ਚੜ੍ਹਿਆ ਹੋਇਆ ਹੈ, ਪਰੋਖ ਗਿਆਨ ਰੂਪੀ ਚੰਦਰਮਾ ਚੜ੍ਹਿਆ ਹੋਇਆ ਹੈ, ਜੋ ਗ੍ਰਹਿ ਅੰਤਰਮੁਖ ਬਿਰਤੀ ਕਰਕੇ ਜੁੜੇ ਹੋਏ ਹਨ ਅਤੇ ਜਿਹੜੇ ਉਦਿਆਨਾ ਉਜਾੜ ਦੀ ਨਿਆਈ ਸੰਸਾਰ ਅੰਦਰ ਜੁੜੇ ਹੋਏ ਹਨ। ਉਹ ਸਾਰਿਆਂ ਦੇ ਅੰਦਰ ਇੱਕ ਅਦਵੈਤ ਨੂੰ ਹੀ ਵੇਖਦੇ ਹਨ, ਉਸ ਪਰਮੇਸ਼ਰ ਨੂੰ ਹੀ ਵੇਖਦੇ ਹਨ। ਕਰਨੀ ਕੀਰਤ ਕਰਮ ਸਮਾਨੈ, ਕਰਨੀ ਕੀਰਤ ਕਰਮ ਸਮਾਨੈ। ਪਰਮੇਸ਼ਰ ਦੀ ਕਰਨੀ ਘਾਲ ਕਮਾਈ ਕੀਰਤੀ ਹੀ ਸਭ ਤੋਂ ਉੱਤਮ ਹੈ। ਕਰਨੀ ਕੀਰਤ ਕਰਮ ਸਮਾਨੈ, ਪਰਮੇਸ਼ਰ ਦੀ ਕਰਨੀ ਘਾਲ ਕਮਾਈ ਕਰਨੀ, ਪਰਮੇਸ਼ਰ ਦਾ ਨਾਮ ਜਪਣਾ, ਨਾਮ ਦੀ ਕਮਾਈ ਕਰਨੀ, ਕੀਰਤ ਕੀਰਤੀ ਕਰਨੀ, ਸਿਫਤ ਸਲਾਹ ਕਰਨੀ, ਇਹ ਹੀ ਸਭ ਤੋਂ ਉੱਤਮ ਕਰਮ ਹੈ। ਬਾਕੀ ਦੇ ਸਾਰੇ ਕਰਮ ਸਮਾਨੈ ਸਮਾਨ ਹੀ ਹਨ। ਜੋ ਪਰਮੇਸ਼ਰ ਦੀ ਕੀਰਤਨ ਭਗਤੀ ਕਰਨੀ ਹੈ, ਇਸ ਕਰਮ ਕਰਕੇ ਵਾਹਿਗੁਰੂ ਵਿੱਚ ਸਮਾਨੈ ਸਮਾ ਜਾਈਦਾ ਹੈ, ਅਭੇਦ ਹੋ ਜਾਈਦਾ ਹੈ, ਇੱਕ ਮਿਕ ਹੋ ਜਾਈਦਾ ਹੈ। ਜਿਨ੍ਹਾਂ ਤੇ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਉਹੀ ਪਰਮੇਸ਼ਰ ਦੀ ਕੀਰਤਨ ਭਗਤੀ ਕਰਦੇ ਹਨ। ਸਤਿਗੁਰਾਂ ਦੀ ਬਖਸ਼ਿਸ਼ ਸਦਕਾ ਹੀ ਉਹ ਪਰਮੇਸ਼ਰ ਵਿੱਚ ਸਮਾ ਜਾਂਦੇ ਹਨ, ਅਭੇਦ ਹੋ ਜਾਂਦੇ ਹਨ, ਇੱਕ ਮਿਕ ਹੋ ਜਾਂਦੇ ਹਨ। ਏਕ ਸ਼ਬਦ ਇੱਕ ਭਿਖਿਆ ਮੰਗੈ, ਗਿਆਨ ਧਿਆਨ ਜੁਗਤ ਸੱਚ ਜਾਗੈ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਏਕ ਸ਼ਬਦ ਇੱਕ ਭਿਖਿਆ ਮੰਗੈ, ਕਿ ਏਕ ਇੱਕੋ ਹੀ ਸ਼ਬਦ ਬ੍ਰਹਮ ਸਾਰੇ ਵਿਆਪਕ ਹੈ। ਏਕ ਸ਼ਬਦ ਏਕ ਇੱਕੋ ਹੀ ਸ਼ਬਦ ਬ੍ਰਹਮ ਸਾਰੇ ਵਿਆਪਕ ਹੈ ਅਤੇ ਇੱਕੋ ਪਰਮੇਸ਼ਰ ਦੇ ਨਾਮ ਦੀ ਹੀ ਹੋਇਆ ਹੈ। ਮਹਾਰਾਜ ਜੀ ਕਹਿਣ ਲੱਗੇ ਕਿ ਏਕ ਸ਼ਬਦ ਇੱਕ ਭਿਖਿਆ ਮੰਗੈ, ਇੱਕੋ ਹੀ ਸ਼ਬਦ ਬ੍ਰਹਮ ਸਾਰੇ ਵਿਆਪਕ ਹੈ, ਇੱਕੋ ਪਰਮੇਸ਼ਰ ਦੇ ਨਾਮ ਦੀ ਹੀ ਸਤਿਗੁਰਾਂ ਕੋਲੇ ਭਿਖਿਆ ਮੰਗੈ। ਭਿਖਿਆ ਜਾਚਨਾ ਮੰਗਣਾ ਕਰੀਏ। ਜੋ ਇੱਕ ਹੀ ਸ਼ਬਦ ਬ੍ਰਹਮ ਸਾਰੇ ਵਿਆਪਕ ਹੈ, ਉਹ ਪਰਮੇਸ਼ਰ ਹਰ ਥਾਂ ਵਸ ਰਿਹਾ ਹੈ। ਇੱਕੋ ਪਰਮੇਸ਼ਰ ਦੇ ਨਾਮ ਦੀ ਹੀ ਸਤਿਗੁਰਾਂ ਕੋਲੋਂ ਭਿਖਿਆ ਜਾਚਨਾ ਮੰਗਣਾ ਕਰੀਏ। ਜੋ ਪਰਮੇਸ਼ਰ ਦਾ ਨਾਮ ਹੈ, ਇਹ ਗੁਰਾਂ ਕੋਲੋਂ ਮਿਲਦਾ ਹੈ, ਗੁਰਾਂ ਕੋਲੋਂ ਹੀ ਨਾਮ ਦੀ ਭਿਖਿਆ ਮੰਗਣਾ ਕਰੀਏ। ਮਹਾਰਾਜ ਜੀ ਅੱਗੇ ਅਰਦਾਸਾਂ ਬੇਨਤੀਆਂ ਕਰਿਆ ਕਰੀਏ ਕਿ ਮਹਾਰਾਜ ਨਾਮ ਦੀਆਂ ਦਾਤਾਂ ਬਖਸ਼ੋ। ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਐ, ਉਤਰੈ ਮਨ ਕੀ ਭੁੱਖ। ਜਿਸ ਦੇ ਨਾਲ ਮਨ ਦੀ ਭੁੱਖ ਉਤਰ ਜੇ ਤੇ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏ। ਗੁਰੂ ਕੋਲੇ ਆ ਕੇ ਨਾਮ ਦੀਆਂ ਦਾਤਾਂ ਮੰਗਣਾ ਕਰੀਏ, ਕਿਉਂਕਿ ਪਰਮੇਸ਼ਰ ਦੇ ਨਾਮ ਦੀ ਹੀ ਸਤਿਗੁਰਾਂ ਕੋਲੋਂ ਭਿਖਿਆ ਜਾਚਨਾ ਮੰਗਣਾ ਕਰੀਏ। ਜਿਨ੍ਹਾਂ ਨੂੰ ਸਰੂਪ ਦਾ ਗਿਆਨ, ਜਿਨ੍ਹਾਂ ਨੂੰ ਸਰੂਪ ਦਾ ਬੋਧ ਹੋਇਆ ਹੈ ਅਤੇ ਚਿੰਤਨ ਕਰਦੇ ਹਨ, ਉਹਨਾਂ ਦੇ ਅੰਦਰ ਸੱਚੇ ਪਰਮੇਸ਼ਰ ਵਿੱਚ ਜੁੜਨ ਦੀ ਜੁਗਤੀ ਜਾਗ ਪੈਂਦੀ ਹੈ। ਜਿਨ੍ਹਾਂ ਨੂੰ ਗੁਰੂ ਸਾਹਿਬ ਦੁਆਰਾ ਜੁਗਤੀ ਦੀ ਪ੍ਰਾਪਤੀ ਹੋਈ ਹੈ। ਗਿਆਨ ਧਿਆਨ ਜੁਗਤ ਸੱਚ ਜਾਗੈ, ਕਿ ਉਹਨਾਂ ਦਾ ਸੱਚੇ ਸਰੂਪ ਵਿੱਚ ਗਿਆਨ ਖਿਆਲ ਲੱਗ ਜਾਂਦਾ ਹੈ। ਧਿਆਨ ਲੱਗਣ ਕਰਕੇ ਉਹਨਾਂ ਨੂੰ ਸੱਚੇ ਦਾ ਗਿਆਨ, ਸੱਚੇ ਦਾ ਬੋਧ ਜਾਗ ਆਉਂਦਾ ਹੈ। ਸੱਚੇ ਦੇ ਗਿਆਨ ਕਰਕੇ ਉਹਨਾਂ ਦਾ ਮਨ ਹੋਰਨਾਂ ਜਗਿਆਸੂਆਂ ਤਾਈਂ ਜੋੜ ਕਰਕੇ ਪਰਮੇਸ਼ਰ ਦੇ ਨਾਮ ਦੇ ਧਿਆਨ ਤੇ ਸਰੂਪ ਦੇ ਗਿਆਨ ਵਿੱਚ
ਜਗਾਉਂਦੇ ਹਨ। ਭੈ ਰਚ ਰਹਿ ਨਾ ਬਾਹਰ ਜਾਏ, ਕੀਮਤ ਕੌਣ ਕਹੈ ਲਿਵ ਲਾਏ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਭੈ ਰਚ ਰਹਿ ਨਾ ਬਾਹਰ ਜਾਏ। ਪਰਮੇਸ਼ਰ ਦੇ ਭੈ, ਪਰਮੇਸ਼ਰ ਦੇ ਡਰ ਵਿੱਚ ਹੀ ਹਰ ਵੇਲੇ ਰਚਿਆ ਰਹੇ, ਤਦਾਕਾਰ ਰਹਿਣਾ ਕਰੇ ਅਤੇ ਨਾ ਬਾਹਰ ਜਾਏ, ਅਤੇ ਆਪਣੇ ਮਨ ਨੂੰ ਬਾਹਰ ਨਾ ਜਾਣ ਦੇਵੇ। ਉਸ ਪਰਮੇਸ਼ਰ ਦੇ ਨਾਲ ਬਿਰਤੀ ਜੋੜ ਕੇ ਉਸੇ ਦੇ ਨਾਲ ਹੀ ਤਦਾਕਾਰ ਰਹਿਣਾ ਕਰੇ, ਉਸੇ ਪਰਮੇਸ਼ਰ ਦੇ ਨਾਲ ਹੀ ਬਿਰਤੀ ਜੋੜ ਕੇ ਰੱਖੇ, ਨਾ ਬਾਹਰ ਜਾਏ, ਆਪਣੇ ਮਨ ਨੂੰ ਬਾਹਰ ਨਾ ਜਾਣ ਦੇਵੇ। ਭਾਵ ਬਾਹਰ ਮੁਖ ਬਿਰਤੀ ਨਾ ਰੱਖੇ, ਅੰਤਰ ਬਿਰਤੀ ਵਿੱਚ ਰਹਿਣਾ ਕਰੇ, ਆਪਣੇ ਅੰਦਰ ਹੀ ਬਿਰਤੀ ਦੇ ਨਾਲ ਜੁੜਿਆ ਰਹਿਣਾ ਕਰੇ ਕਿ ਜਿਹੜੇ ਪਰਮੇਸ਼ਰ ਵਿੱਚ ਬਿਰਤੀ ਨੂੰ ਲਗਾ ਕੇ ਰਹਿੰਦੇ ਹਨ, ਉਹਨਾਂ ਦੀ ਕੀਮਤ ਕੌਣ ਰਹਿ ਲਿਵ ਲਾਏ। ਜਿਹੜੇ ਪਰਮੇਸ਼ਰ ਵਿੱਚ ਬਿਰਤੀ ਨੂੰ ਲਗਾ ਕੇ ਰਹਿੰਦੇ ਹਨ, ਉਹਨਾਂ ਦੀ ਕੀਮਤ ਨੂੰ ਕਿਹੜਾ ਪਾ ਸਕਦਾ ਹੈ। ਜਿਹੜੇ ਨਾਮ ਜਪਣ ਵਾਲੇ ਹਨ, ਉਹਨਾਂ ਦੀ ਕੋਈ ਕੀਮਤ ਨਹੀਂ ਰਹਿੰਦੀ, ਕਿਉਂਕਿ ਨਾਮ ਜਪ ਕੇ ਪਰਮੇਸ਼ਰ ਦਾ ਰੂਪ ਹੋ ਜਾਂਦੇ ਹਨ ਤੇ ਉਹਨਾਂ ਦੀ ਫਿਰ ਕੀਮਤ ਨਹੀਂ ਰਹਿੰਦੀ, ਕੁਝ ਬੇਕੀਮਤੇ ਹੋ ਜਾਂਦੇ ਹਨ। ਭਾਵ ਕੋਈ ਉਹਨਾਂ ਦੀ ਕੀਮਤ ਨਹੀਂ ਪਾ ਸਕਦਾ। ਜਿਹੜੇ ਲਿਵ ਲਗਾ ਕੇ ਰੱਖਦੇ ਹਨ, ਪਰਮੇਸ਼ਰ ਦੇ ਨਾਮ ਦੇ ਨਾਲ ਜੁੜੇ ਰਹਿੰਦੇ ਹਨ, ਉਹ ਬ੍ਰਹਮ ਰੂਪ ਹੀ ਹੋ ਜਾਂਦੇ ਹਨ, ਉਹ ਪਰਮੇਸ਼ਰ ਦਾ ਰੂਪ ਹੀ ਹੋ ਜਾਂਦੇ ਹਨ। ਤੇ ਫਿਰ ਕੌਣ ਕਿਹੜਾ ਹੈ ਜਿਹੜਾ ਉਹਨਾਂ ਦੇ ਕਰਮਾਂ ਦੇ ਨਿਰਣਿਆਂ ਦੀ ਕੀਮਤ ਪਾ ਸਕੇ ਕਿ ਉਹਨਾਂ ਦੇ ਕਰਮ ਹੀ ਐਸੇ ਹੋ ਜਾਂਦੇ ਹਨ, ਜੋ ਕਰਮ ਕਰਦੇ ਹਨ, ਕਮਾਈ ਕਰਦੇ ਹਨ, ਉਹ ਨਾਮ ਦੀ ਹੀ ਕਮਾਈ ਕਰਦੇ ਹਨ। ਨਾਮ ਦੀ ਫਿਰ ਕੋਈ ਕੀਮਤ ਨਹੀਂ ਰਹਿੰਦੀ। ਜਦੋਂ ਉਹਨਾਂ ਦੇ ਪੱਲੇ ਨਾਮ ਇਕੱਠਾ ਹੋ ਜਾਂਦਾ ਹੈ, ਫਿਰ ਨਾਮ ਦੀ ਕੋਈ ਕੀਮਤ ਨਹੀਂ। ਭਾਵ ਕੋਈ ਨਹੀਂ ਪਾ ਸਕਦਾ ਉਹਨਾਂ ਦੀ ਕੀਮਤ। ਆਪੇ ਮੇਲੇ ਭਰਮ ਚੁਕਾਏ, ਜਿਨ੍ਹਾਂ ਦੇ ਅੰਦਰੋਂ ਗੁਰੂ ਸਾਹਿਬ ਜੀ ਨੇ ਭਰਮ ਚੁਕਾਏ, ਸੰਸਾ ਚੁਕਾ ਦਿੱਤਾ ਹੈ। ਜੋ ਚਿੰਤਾ ਸੰਸਾ ਹੁੰਦਾ ਹੈ, ਜਿਨ੍ਹਾਂ ਦੇ ਅੰਦਰੋਂ ਗੁਰੂ ਸਾਹਿਬ ਜੀ ਨੇ ਉਹ ਚੁਕਾ ਦਿੱਤਾ ਹੈ, ਮੁਕਾ ਦਿੱਤਾ ਹੈ, ਉਹਨਾਂ ਨੂੰ ਆਪੇ ਮੇਲੇ, ਆਪ ਹੀ ਆਪਣੇ ਸਰੂਪ ਦੇ ਨਾਲ ਮੇਲ ਲਿਆ ਹੈ। ਗੁਰ ਪ੍ਰਸਾਦ ਪਰਮ ਪਦ ਪਾਏ, ਜਿਨ੍ਹਾਂ ਉੱਪਰ ਗੁਰੂ ਸਾਹਿਬ ਜੀ ਦੀ ਪ੍ਰਸਾਦ ਕਿਰਪਾ ਹੁੰਦੀ ਹੈ। ਗੁਰ ਪ੍ਰਸਾਦ ਪਰਮ ਪਦ ਪਾਏ ਕਿ ਜਿਨ੍ਹਾਂ ਉੱਪਰ ਗੁਰੂ ਸਾਹਿਬ ਜੀ ਦੀ ਪ੍ਰਸਾਦ ਕਹਿ ਕਿਰਪਾ ਨੂੰ ਕਿ ਕਿਰਪਾ ਹੁੰਦੀ ਹੈ। ਪਰਮ ਪਦ ਪਾਏ, ਉਹ ਪਰਮ ਪਦ ਵੱਡੀ ਪਦਵੀ, ਭਾਵ ਕੈਵਲ ਮੋਖ ਨੂੰ ਪਾਉਂਦੇ ਹਨ। ਗੁਰ ਕੀ ਸੇਵਾ ਸ਼ਬਦ ਵਿਚਾਰ, ਸਤਿਗੁਰਾਂ ਦੀ ਇਹੋ ਹੀ ਸੇਵਾ ਹੈ, ਇਹੋ ਹੀ ਟਹਿਲ ਹੈ। ਜੋ ਉਹਨਾਂ ਦੇ ਸ਼ਬਦ, ਉਹਨਾਂ ਦੇ ਉਪਦੇਸ਼ ਦੀ ਵਿਚਾਰ ਕਰਨੀ ਹੈ। ਗੁਰ ਕੀ ਸੇਵਾ ਸ਼ਬਦ ਵਿਚਾਰ, ਸਤਿਗੁਰਾਂ ਦੀ ਇਹੋ ਹੀ ਸੇਵਾ ਟਹਿਲ ਹੈ ਕਿ ਜੋ ਗੁਰਾਂ ਦੇ ਸ਼ਬਦ ਦੀ, ਉਪਦੇਸ਼ ਦੀ ਵਿਚਾਰ ਕਰਨੀ ਹੈ, ਇਹੀ ਗੁਰਾਂ ਦੀ ਸੇਵਾ ਹੈ। ਕਿ ਗੁਰੂ ਦੇ ਉਪਦੇਸ਼ ਦੀ ਵਿਚਾਰ ਕਰਕੇ ਤੇ ਵਿਚਾਰ ਤੇ ਪੂਰਾ ਉਤਰਨਾ, ਜੋ ਬਾਣੀ ਦੀ ਵਿਚਾਰ ਦੱਸਦੀ ਹੈ ਉਸ ਵਿਚਾਰ ਤੇ ਚੱਲਣਾ। ਜਿੱਧਰੋਂ ਬਾਣੀ ਰੋਕਦੀ ਹੈ ਉੱਧਰ ਰੁਕ ਕੇ ਰਹਿਣਾ, ਜਿੱਧਰ ਦਸਾਂ ਨਹੁੰ ਦੀ ਕਿਰਤ ਕਮਾਈ ਕਰਨ ਵਾਸਤੇ ਦੱਸਦੀ ਹੈ ਉੱਧਰ ਚੱਲਣਾ। ਤੇ ਬਾਣੀ ਨਾਮ ਦੇ ਨਾਲ ਜੋੜਦੀ ਹੈ, ਨਾਮ ਜਪਣਾ। ਮਹਾਰਾਜ ਜੀ ਕਹਿਣ ਲੱਗੇ, ਗੁਰ ਕੀ ਸੇਵਾ ਸ਼ਬਦ ਵਿਚਾਰ, ਸਤਿਗੁਰਾਂ ਦੀ ਇਹੋ ਹੀ ਸੇਵਾ ਹੈ, ਇਹੋ ਹੀ ਟਹਿਲ ਹੈ
ਜੋ ਗੁਰਾਂ ਦੇ ਸ਼ਬਦ, ਗੁਰਾਂ ਦੇ ਉਪਦੇਸ਼ ਦੀ ਵਿਚਾਰ ਕਰਨੀ ਹੈ, ਵਿਚਾਰ ਕਰਕੇ ਵਿਚਾਰ 'ਤੇ ਚੱਲਣਾ ਹੈ। ਤੇ ਜਦੋਂ ਵਿਚਾਰ 'ਤੇ ਚੱਲ ਪਿਆ, ਮਾੜੇ ਕੰਮ ਛੱਡਤੇ, ਸ਼ੁਭ ਕਰਮ ਕਰਨੇ ਕਰਤੇ ਤੇ ਨਾਮ ਜਪਣ ਲੱਗ ਗਿਆ, ਫਿਰ ਬ੍ਰਹਮ ਦੀ ਵਿਚਾਰ ਕਰੇ। ਇਹੋ ਹੀ ਗੁਰੂ ਸਾਹਿਬ ਜੀ ਦੀ ਸੇਵਾ ਹੈ ਕਿ ਬ੍ਰਹਮ ਗਿਆਨੀ ਬਣਨ ਵਾਸਤੇ, ਕਿ ਬ੍ਰਹਮ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਵਿਚਾਰ ਕਰੇ, ਉਹੀ ਵਿਚਾਰ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਰਸਤੇ 'ਤੇ ਚੱਲੇ। ਇਹੋ ਹੀ ਗੁਰੂ ਸਾਹਿਬ ਜੀ ਦੀ ਸੇਵਾ ਹੈ। ਸਰੀਰ ਕਰਕੇ ਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਕਰੇ ਅਤੇ ਬਾਣੀ ਕਰਕੇ, ਬੋਲਣੇ ਕਰਕੇ, ਮੁਖ ਤੋਂ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਕੇ ਗੁਰੂ ਦੇ ਸ਼ਬਦ ਦੀ, ਉਪਦੇਸ਼ ਦੀ ਵਿਚਾਰ ਕਰੇ। ਹਉਮੈ ਮਾਰੇ ਕਰਨੀ ਸਾਰ, ਜਿਹੜੇ ਦੇਹ ਦੀ ਹਉਮੈ ਹੰਗਤਾ ਨੂੰ ਮਾਰ ਲੈਂਦੇ ਹਨ, ਉਹਨਾਂ ਦੀ ਕਰਨੀ, ਉਹਨਾਂ ਦੀ ਘਾਲ, ਉਹਨਾਂ ਦੀ ਕਮਾਈ ਸ੍ਰੇਸ਼ਟ ਹੈ। ਹਉਮੈ ਮਾਰੇ ਕਰਨੀ ਸਾਰ, ਕਿ ਜਿਹੜੇ ਦੇਹ ਦੀ ਹੰਗਤਾ ਨੂੰ ਮਾਰ ਲੈਂਦੇ ਹਨ, ਦੇਹ ਦੀ ਹਉਮੈ ਨੂੰ ਮਾਰ ਲੈਂਦੇ ਹਨ, ਉਹਨਾਂ ਦੀ ਕਰਨੀ, ਉਹਨਾਂ ਦੀ ਘਾਲ, ਉਹਨਾਂ ਦੀ ਕਮਾਈ ਹੈ ਜਿਹੜੀ ਉਹ ਸ੍ਰੇਸ਼ਟ ਹੈ। ਜਪ ਤਪ ਸੰਜਮ ਪਾਠ ਪੁਰਾਣ, ਕਹੋ ਨਾਨਕ ਅਪਰੰਪਰ ਮਾਨ। ਜਾਪ ਤਾਪ ਸੰਜਮ ਪਾਠ ਪੁਰਾਣ, ਜੋ ਜਪ ਦੇਵਤਿਆਂ ਦੇ ਮੰਤਰ ਜਪਣੇ, ਤਾਪ ਭੁੱਖੇ ਤਿਹਾਏ ਰਹਿ ਕੇ ਧੂਣੀਆਂ ਆਦਿਕ ਲਾ ਕੇ ਤਪੱਸਿਆ ਕਰਨੀ, ਸੰਜਮ ਇੰਦਰੀਆਂ ਦਾ ਦਮਨ ਕਰਨਾ, ਇੰਦਰੀਆਂ ਨੂੰ ਰੋਕ ਕੇ ਰੱਖਣਾ, ਪਾਠ ਪੁਰਾਣ, ਪੁਰਾਣ 18 ਪੁਰਾਣਾ ਆਦਿਕ ਦਾ ਪਾਠ ਪੜ੍ਹਨਾ। ਕਹੋ ਨਾਨਕ ਅਪਰੰਪਰ ਮਾਨ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੋ ਅਪਰੰਪਰ ਪ੍ਰਕਿਰਤੀ ਤੋਂ ਪਰੇ ਪਰਮੇਸ਼ਰ ਹੈ, ਜਿਨ੍ਹਾਂ ਨੇ ਉਸ ਨੂੰ ਮਾਨ ਮੰਨ ਲਿਆ ਹੈ, ਉਸ ਦੇ ਸਾਰੇ ਜਪ, ਸਾਰੇ ਤਪ, ਸਾਰੇ ਸੰਜਮ ਆਦਿਕ ਸਾਧਨ ਵੀ ਹੋ ਗਏ ਹਨ ਤੇ ਪੁਰਾਣ ਵਿਆਕਰਨ ਵੀ ਪੜ੍ਹ ਲਏ ਹਨ। ਜਪ ਤਪ ਸੰਜਮ ਪਾਠ ਪੁਰਾਣ, ਕਿ ਜੋ ਜਪ ਦੇਵਤਿਆਂ ਦੇ ਮੰਤਰ ਜਪਣੇ, ਤੇ ਤਾਪ ਭੁੱਖੇ ਤਿਹਾਏ ਰਹਿ ਕੇ ਧੂਣੀਆਂ ਤਾਪਣੀਆਂ, ਧੂਣੀਆਂ ਆਦਿਕ ਲਾ ਕੇ ਤਪੱਸਿਆ ਕਰਨੀ, ਸੰਜਮ ਇੰਦਰੀਆਂ ਦਾ ਦਮਨ ਕਰਨਾ, ਪਾਠ ਪੁਰਾਣ, ਪੁਰਾਣ 18 ਪੁਰਾਣਾ ਆਦਿਕ ਦਾ ਪਾਠ ਪੜ੍ਹਨਾ। ਕਹੋ ਨਾਨਕ ਅਪਰੰਪਰ ਮਾਨ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੋ ਅਪਰੰਪਰ ਪ੍ਰਕਿਰਤੀ ਤੋਂ ਪਰੇ ਪਰਮੇਸ਼ਰ ਹੈ, ਜਿਨ੍ਹਾਂ ਨੇ ਉਸ ਨੂੰ ਮਾਨ ਮੰਨ ਲਿਆ ਹੈ ਕਿ ਏਕੋ ਹੈ ਭਾਈ, ਏਕੋ ਹੈ, ਸਤਿਗੁਰ ਮੇਰਾ ਏਕੋ ਹੈ, ਜਿਨ੍ਹਾਂ ਨੇ ਇਹ ਮੰਨ ਲਿਆ, ਉਹਨਾਂ ਦੇ ਸਾਰੇ ਜਪ ਤਪ ਸੰਜਮ ਆਦਿਕ ਸਾਧਨ ਵੀ ਹੋ ਗਏ ਅਤੇ ਪੁਰਾਣ ਵਿਆਕਰਨ ਵੀ ਪੜ੍ਹ ਲਏ ਹਨ। ਜੋ ਜਪਣੇ ਯੋਗ ਪਰਮੇਸ਼ਰ ਹੈ, ਉਸ ਨੂੰ ਤਾਪ ਹੁੰਦੇ ਚਿੱਤ ਦੀ ਇਕਾਗਰਤਾ ਕਰਕੇ ਅਤੇ ਸੰਜਮ ਇੰਦਰੀਆਂ ਦਾ ਦਮਨ ਕਰਕੇ, ਜੋ ਅੰਦਰ ਪ੍ਰਾਣ ਭਾਵ ਦੇਹ ਅਭਿਮਾਨ ਹੈ, ਉਸ ਨੂੰ ਪਾੜਨਾ ਕਰੇ, ਭਾਵ ਖਤਮ ਕਰੇ। ਗੁਰੂ ਜੀ ਕਥਨ ਕਰਦੇ ਹਨ, ਇਸ ਪ੍ਰਕਾਰ ਅਪਰੰਪਰ ਪ੍ਰਕਿਰਤੀ ਤੋਂ ਪਰੇ ਜੋ ਪਰਮੇਸ਼ਰ ਹੈ, ਉਸ ਨੂੰ ਮੰਨਣਾ ਕਰੇ। ਗੌੜੀ ਮਹੱਲਾ ਪਹਿਲਾ। ਖਿਮਾ ਗਹੀ ਵਰਤ ਸੀਲ ਸੰਤੋਖੰ, ਰੋਗ ਨਾ ਵਿਆਪੈ ਨਾ ਜਮ ਦੋਖੰ। ਮੁਕਤ ਭਏ ਪ੍ਰਭ ਰੂਪ ਨਾ ਰੇਖੰ, ਜੋਗੀ ਕੋ ਕੈਸਾ ਡਰ ਹੋਏ। ਰੂਖ ਬਿਰਖ ਗ੍ਰਹਿ ਬਾਹਰ ਸੋਏ ਰਹਾਉ। ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਦੀ ਬਾਣੀ ਹੈ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਿੱਖਾਂ ਨੇ ਪ੍ਰਸ਼ਨ ਕੀਤਾ
ਸਿੱਧਾ ਨੇ ਪ੍ਰਸ਼ਨ ਕੀਤਾ। ਸਿੱਧਾ ਦੇ ਨਾਲ ਚਰਚਾ ਚੱਲ ਰਹੀ ਹੈ ਕਿ ਸਿੱਧਾ ਨੇ ਸਤਿਗੁਰਾਂ ਨੂੰ ਪ੍ਰਸ਼ਨ ਕੀਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਿ ਮਹਾਰਾਜ ਜੀ ਆਪ ਜੀ ਦੇ ਮਤ ਅਨੁਸਾਰ ਜੋਗੀ ਕਿਸ ਨੂੰ ਕਹਿੰਦੇ ਹਨ। ਤਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਪਾਵਨ ਪਵਿੱਤਰ ਉਪਦੇਸ਼ ਜੋਗੀਆਂ ਨੂੰ ਬਖਸ਼ਿਸ਼ ਕਰਦੇ ਹੋਏ ਉਪਦੇਸ਼ ਸਭ ਨੂੰ ਸਾਂਝਾ ਦੇ ਰਹੇ ਹਨ। ਮਹਾਰਾਜ ਜੀ ਕਹਿਣ ਲੱਗੇ ਜੋਗੀਆਂ ਨੂੰ, ਸਿੱਧਾਂ ਨੂੰ ਕਿ ਖੇਮਾ ਗਹੀ ਵਰਤ ਸੀਲ ਸੰਤੋਖੰ, ਜਿਨ੍ਹਾਂ ਨੇ ਖੇਮਾ ਦੁੱਖ ਸੁੱਖ ਸਹਾਰਨ ਵਾਲੀ ਬਿਰਤੀ ਗ੍ਰਹਿਣ ਕੀਤੀ ਹੈ। ਖੇਮਾ ਗਹੀ ਵਰਤ ਸੀਲ ਸੰਤੋਖੰ ਕਿ ਜਿਨ੍ਹਾਂ ਨੇ ਖੇਮਾ ਗ੍ਰਹਿਣ ਕੀਤੀ ਹੈ, ਨਿਮਰਤਾ ਗ੍ਰਹਿਣ ਕੀਤੀ ਹੈ, ਜਾਂ ਦੁੱਖ ਸੁੱਖ ਸਹਾਰਨ ਵਾਲੀ ਬਿਰਤੀ ਗ੍ਰਹਿਣ ਕੀਤੀ ਹੈ। ਵਰਤ ਸੀਲ ਸੰਤੋਖੰ, ਉਹ ਵਰਤ ਨਿਯਮਾਂ ਵਿੱਚ ਰਹਿੰਦੇ ਹਨ। ਸੀਲ ਨਰਮ ਸੁਭਾਅ ਹੈ ਉਹਨਾਂ ਦਾ। ਸੰਤੋਖੰ ਲੋਭ ਦਾ ਤਿਆਗ ਕੀਤਾ ਹੋਇਆ ਉਹਨਾਂ ਨੇ। ਜਿਨ੍ਹਾਂ ਨੇ ਖੇਮਾ ਨੂੰ ਗ੍ਰਹਿਣ ਕੀਤਾ ਹੈ, ਦੁੱਖ ਸੁੱਖ ਸਹਾਰਨ ਵਾਲੀ ਬਿਰਤੀ ਗ੍ਰਹਿਣ ਕੀਤੀ ਹੈ ਜਿਨ੍ਹਾਂ ਨੇ, ਉਹ ਵਰਤ ਸੀਲ ਸੰਤੋਖੰ, ਉਹ ਵਰਤ ਨਿਯਮਾਂ ਵਿੱਚ ਰਹਿੰਦੇ ਹਨ। ਜਿਵੇਂ ਵਰਤ ਰੱਖਣ ਵੇਲੇ ਨਿਯਮ ਹੈ ਕਿ ਸਵੇਰ ਤੋਂ ਸ਼ਾਮ ਤੱਕ ਕੁਝ ਖਾਣਾ ਨਹੀਂ, ਉਹਨਾਂ ਦੇ ਵੀ ਐਸੇ ਨਿਯਮ ਹੁੰਦੇ ਹਨ ਜੋ ਪਰਮੇਸ਼ਰ ਵੱਲੋਂ ਉਹਨਾਂ ਨੂੰ ਨਿਯਮ ਦਿੱਤੇ ਹਨ, ਉਹ ਨਿਯਮਾਂ ਦੇ ਵਿੱਚ ਰਹਿੰਦੇ ਹਨ। ਅਤੇ ਸੀਲ ਹੁੰਦਾ ਨਰਮ ਸੁਭਾਅ ਹੈ ਉਹਨਾਂ ਦਾ। ਸੰਤੋਖੰ ਹੁੰਦਾ ਲੋਭ ਦਾ ਤਿਆਗ ਕੀਤਾ ਹੈ। ਸੀਲ ਜਾਤ ਸਤ ਅਤੇ ਸੰਤੋਖਮ ਰੂਪੀ ਵਰਤ ਉਪਵਾਸ ਧਾਰਿਆ ਹੋਇਆ ਹੈ ਉਹਨਾਂ ਨੇ। ਤੇ ਉਹਨਾਂ ਨੂੰ ਫਿਰ ਰੋਗ ਨਾ ਵਿਆਪੈ ਨਾ ਜਮ ਦੋਖੰ, ਜਿਨ੍ਹਾਂ ਨੇ ਐਸਾ ਹਿਰਦੇ ਦੇ ਅੰਦਰ ਗ੍ਰਹਿਣ ਕੀਤਾ ਹੋਇਆ ਹੈ, ਧਾਰਨ ਕੀਤਾ ਹੋਇਆ ਹੈ, ਉਹਨਾਂ ਨੂੰ ਰੋਗ ਨਾ ਵਿਆਪੈ, ਉਹਨਾਂ ਨੂੰ ਹੰਕਾਰ ਆਦਿ ਵਿਆਧੀ ਉਪਾਧੀ ਆਦਿਕ ਰੋਗ ਨਹੀਂ ਵਿਆਪਦੇ। ਇਹ ਉਹਨਾਂ ਨੂੰ ਫਿਰ ਬਿਮਾਰੀਆਂ ਨਹੀਂ ਲੱਗਦੀਆਂ। ਜਿਨ੍ਹਾਂ ਨੇ ਖਿਮਾ ਧਾਰਨਾ ਕੀਤੀ ਹੈ ਕਿ ਦੁੱਖ ਸੁੱਖ ਨੂੰ ਸਹਾਰਨ ਵਾਲੀ ਬਿਰਤੀ ਗ੍ਰਹਿਣ ਕੀਤੀ ਹੈ, ਨਿਯਮਾਂ ਦੇ ਵਿੱਚ ਰਹਿੰਦੇ ਹਨ, ਨਰਮ ਸੁਭਾਅ ਰੱਖਦੇ ਹਨ, ਲੋਭ ਦਾ ਤਿਆਗ ਕੀਤਾ ਹੈ ਜਿਨ੍ਹਾਂ ਨੇ, ਉਹਨਾਂ ਨੂੰ ਹੰਕਾਰ ਆਦਿ ਵਿਆਧੀ ਉਪਾਧੀ ਆਦਿਕ ਰੋਗ ਨਹੀਂ ਵਿਆਪਦੇ, ਰੋਗ ਨਹੀਂ ਲੱਗਦੇ, ਅਤੇ ਨਾ ਜਮ ਦੋਖੰ, ਨਾ ਹੀ ਜਮ ਜਮਦੂਤ, ਦੋਖੰ ਕੇ ਦੋਖੀ ਬਣਾ ਕੇ ਨਰਕ ਵਿੱਚ ਪਾਉਂਦੇ ਹਨ, ਨਾ ਹੀ ਜਮਦੂਤ ਦੁੱਖ ਦਿੰਦੇ ਹਨ। ਮੁਕਤ ਭਏ ਪ੍ਰਭ ਰੂਪ ਨਾ ਰੇਖੰ, ਉਹ ਉਸ ਵਾਹਿਗੁਰੂ ਦੇ ਸਰੂਪ ਵਿੱਚ ਮੁਕਤ ਹੋਏ ਹਨ। ਜਿਸ ਪਰਮੇਸ਼ਰ ਦਾ ਕੋਈ ਰੂਪ ਆਕਾਰ ਅਤੇ ਮੱਚ ਕੱਛ ਰੂਪ ਰੇਖੰ ਰੇਖਾ ਚਿੰਨ੍ਹ ਨਹੀਂ ਹੈ ਕਿ ਉਹ ਉਸ ਪਰਮੇਸ਼ਰ ਦਾ ਸਰੂਪ ਹੋਏ ਹਨ, ਜਿਨ੍ਹਾਂ ਨੇ ਆਪਣੇ ਅੰਦਰੋਂ ਸੀਲ ਸੁਭਾਅ ਬਣਾਇਆ ਹੋਇਆ ਹੈ, ਨਿਯਮਾਂ ਦੇ ਵਿੱਚ ਰਹਿੰਦੇ ਹਨ, ਉਹ ਵਾਹਿਗੁਰੂ ਦੇ ਸਰੂਪ ਵਿੱਚ ਮੁਕਤ ਹੋਏ ਹਨ। ਜੋਗੀ ਕੋ ਕੈਸਾ ਡਰ ਹੋਏ, ਮਹਾਰਾਜ ਜੀ ਕਹਿਣ ਲੱਗੇ ਜੋ ਐਸਾ ਜੋਗੀ ਬਣ ਜਾਂਦਾ ਹੈ, ਐਸੇ ਜੋਗੀ ਨੂੰ ਕਿਸ ਪ੍ਰਕਾਰ ਦਾ ਡਰ ਹੋ ਸਕਦਾ ਹੈ, ਉਸ ਨੂੰ ਹੋਰ ਕਿਹੜਾ ਡਰ ਹੋ ਸਕਦਾ ਹੈ। ਭਾਵ ਕੋਈ ਵੀ ਡਰ ਦੇ ਨਹੀਂ ਸਕਦਾ ਉਹਨਾਂ ਨੂੰ। ਉਹ ਤਾਂ ਰੂਖ ਬਿਰਖ ਗ੍ਰਹਿ ਬਾਹਰ ਸੋਏ, ਉਹ ਤਾਂ ਰੂਖ ਰੁੱਖੇ ਖੁਸ਼ਕ ਰੁੱਖਾਂ ਵਿੱਚ ਅਤੇ ਬਿਰਖ ਬਾਗਾਂ ਦੇ ਬਿਰਛਾਂ ਵਿੱਚ, ਗ੍ਰਹਿ ਘਰ ਵਿੱਚ, ਬਾਹਰ ਸੰਸਾਰ ਵਿੱਚ, ਸਾਰੇ ਉਸ ਵਾਹਿਗੁਰੂ ਨੂੰ ਵੇਖਦਾ ਹੈ।
जोगी को कैसा डर होए, रूख बिरख गृह बाहर सोए। कि ऐसे जोगी ਨੂੰ किस प्रकार ਦਾ डर है, ना ਉਸ ਨੂੰ ਕੋਈ डर हो सकता है। ਉਸ ਨੂੰ ਹੋਰ ਕਿਹੜਾ ਡਰ ਦੇ ਸਕਦਾ ਹੈ, ਭਾਵ ਕੋਈ ਵੀ ਭੈ ਦੇ ਸਕਦਾ ਹੈ, ਕੋਈ ਨਹੀਂ ਦੇ ਸਕਦਾ। ਉਹ ਤਾਂ ਖੁਸ਼ਕ ਰੁੱਖਾਂ ਵਿੱਚ ਅਤੇ ਬਾਗਾਂ ਦੇ ਬਿਰਛਾਂ ਵਿੱਚ, ਗ੍ਰਹਿ ਘਰਾਂ ਵਿੱਚ, ਬਾਹਰ ਸੰਸਾਰ ਵਿੱਚ ਸਾਰੇ ਉਸ ਵਾਹਿਗੁਰੂ ਨੂੰ ਹੀ ਵੇਖਦਾ ਹੈ ਕਿ ਜਰੇ ਜਰੇ ਦੇ ਵਿੱਚ ਵਾਹਿਗੁਰੂ ਵਸ ਰਿਹਾ ਹੈ। ਰੁੱਖਾਂ ਦੀ ਨਿਆਈ ਜੜ ਪੁਰਖਾਂ, ਬਿਰਛਾਂ ਦੀ ਨਿਆਈ ਗਿਆਨਵਾਨਾਂ। ਗ੍ਰਹਿ ਹੁੰਦਾ ਅੰਦਰ ਮੁੱਖ ਬਿਰਤੀ ਵਾਲਿਆਂ ਵਿੱਚ ਵੀ ਅਤੇ ਬਾਹਰ ਮੁੱਖ ਬਿਰਤੀ ਵਾਲਿਆਂ ਵਿੱਚ ਵੀ। ਉਹ ਪਰਮੇਸ਼ਰ ਨੂੰ ਹੀ ਵੇਖਦੇ ਹਨ। ਜਿਹੜੇ ਪਰਮੇਸ਼ਰ ਨੂੰ ਹਰ ਥਾਂ ਵੇਖਦੇ ਹਨ, ਉਹਨਾਂ ਜੋਗੀਆਂ ਨੂੰ ਫਿਰ ਡਰ ਕਿਸ ਦਾ ਹੈ। ਨਿਰਭਉ ਜੋਗੀ ਨਿਰੰਜਨ ਧਿਆਵੈ। ਜਿਹੜਾ ਜੋਗੀ ਨਿਰੰਜਨ ਸੁੱਧ ਬ੍ਰਹਮ ਨੂੰ ਧਿਆਉਂਦਾ ਹੈ, ਪਰਮੇਸ਼ਰ ਨੂੰ ਧਿਆਉਂਦਾ ਹੈ, ਉਹ ਨਿਰਭਉ ਭੈ ਤੋਂ ਰਹਿਤ ਹੋ ਜਾਂਦਾ ਹੈ। ਨਿਰਭਉ ਜੋਗੀ, ਜਿਹੜਾ ਜੋਗੀ ਨਿਰੰਜਨ ਸੁੱਧ ਬ੍ਰਹਮ ਨੂੰ ਧਿਆਉਂਦਾ ਹੈ, ਉਹ ਨਿਰਭਉ ਭੈ ਤੋਂ ਰਹਿਤ ਹੋ ਜਾਂਦਾ ਹੈ। ਅਨ ਦਿਨ ਜਾਗੈ ਸਾਚ ਲਿਵ ਲਾਗੈ। ਜਿਹੜਾ ਸੱਚੇ ਪਰਮੇਸ਼ਰ ਵਿੱਚ ਬਿਰਤੀ ਨੂੰ ਲਗਾਉਂਦਾ ਹੈ, ਉਹ ਅਨ ਦਿਨ ਰਾਤ ਦਿਨ ਗਿਆਨ ਅਵਸਥਾ ਵਿੱਚ ਜਾਗ ਪੈਂਦਾ ਹੈ। ਅਨ ਦਿਨ ਜਾਗੈ ਸੱਚ ਲਿਵ ਲਾਵੈ। ਕਿ ਜਿਹੜਾ ਸੱਚੇ ਪਰਮੇਸ਼ਰ ਵਿੱਚ ਬਿਰਤੀ ਨੂੰ ਲਾਉਂਦਾ ਹੈ, ਉਹ ਅਨ ਦਿਨ ਰਾਤ ਦਿਨ ਗਿਆਨ ਅਵਸਥਾ ਵਿੱਚ ਜਾਗ ਪੈਂਦਾ ਹੈ। ਸੋ ਜੋਗੀ ਮੇਰਾ ਮਨ ਭਾਵੈ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਉਹ ਜੋਗੀ ਸਾਡੇ ਮਨ ਸਾਡੇ ਹਿਰਦੇ ਵਿੱਚ ਭਾਉਂਦਾ ਹੈ, ਸਾਡੇ ਹਿਰਦੇ ਵਿੱਚ ਚੰਗਾ ਲੱਗਦਾ ਹੈ। ਕਿ ਜਿਹੜਾ ਜੋਗੀ ਨਿਰੰਜਨ ਸੁੱਧ ਬ੍ਰਹਮ ਨੂੰ ਧਿਆਉਂਦਾ ਹੈ, ਕਿ ਉਹ ਭੈ ਤੋਂ ਰਹਿਤ ਹੋ ਜਾਂਦਾ ਹੈ। ਜਿਹੜਾ ਸੱਚੇ ਪਰਮੇਸ਼ਰ ਵਿੱਚ ਬਿਰਤੀ ਨੂੰ ਲਾਉਂਦਾ ਹੈ, ਉਹ ਰਾਤ ਦਿਨ ਗਿਆਨ ਅਵਸਥਾ ਵਿੱਚ ਜਾਗ ਪੈਂਦਾ ਹੈ। ਸੋ ਜੋਗੀ ਮੇਰਾ ਮਨ ਭਾਵੈ। ਕਿ ਮਹਾਰਾਜ ਜੀ ਕਹਿਣ ਲੱਗੇ, ਉਹ ਜੋਗੀ ਮੇਰਾ ਸਾਡੇ ਮਨ ਸਾਡੇ ਹਿਰਦੇ ਵਿੱਚ ਭਾਉਂਦਾ ਹੈ, ਚੰਗਾ ਲੱਗਦਾ ਹੈ। ਅਗਲੇ ਪਦੇ ਦੇ ਵਿੱਚ ਮਹਾਰਾਜ ਜੀ ਕਹਿਣ ਲੱਗੇ, ਕਾਲ ਜਾਲ ਬ੍ਰਹਮ ਅਗਨੀ ਜਾਰੇ। ਜਰਾ ਮਰਨ ਗਤ ਗਰਭ ਨਿਵਾਰੇ। ਆਪ ਤਰੈ ਪਿਤਰੀ ਨਿਸਤਾਰੇ। ਤੀਜੇ ਪਦੇ ਦੇ ਵਿੱਚ ਮਹਾਰਾਜ ਜੀ ਕਹਿਣ ਲੱਗੇ, ਕਾਲ ਜਾਲ ਬ੍ਰਹਮ ਅਗਨੀ ਜਾਰੇ। ਕਾਲ ਜਮਕਾਲ ਮੌਤ ਦੇ ਜਾਲ, ਮੌਤ ਦੇ ਫਾਹੇ ਨੂੰ ਬ੍ਰਹਮ ਅਭਿਆਸ ਰੂਪੀ ਅਗਨੀ ਅੱਗ ਦੁਆਰਾ ਸਾੜ ਦੇਵੇ। ਕਾਲ ਜਾਲ ਬ੍ਰਹਮ ਅਗਨੀ ਜਾਰੇ। ਕਿ ਕਾਲ ਜਮਕਾਲ ਮੌਤ ਦੇ ਜਾਲ, ਮੌਤ ਦੇ ਫਾਹੇ ਨੂੰ ਬ੍ਰਹਮ ਅਭਿਆਸ ਰੂਪੀ ਅੱਗ ਦੁਆਰਾ ਸਾੜ ਦੇਵੇ। ਜਰਾ ਮਰਨ ਗਤ ਗਰਭ ਨਿਵਾਰੇ। ਜਿਹੜਾ ਗਰਭ, ਜਿਹੜਾ ਹੰਕਾਰ ਨੂੰ ਨਿਵਿਰਤ ਕਰ ਲੈਂਦਾ ਹੈ, ਉਹ ਜਰਾ ਬੁਢੇਪੇ ਦਾ ਦੁੱਖ ਵੀ ਅਤੇ ਮਰਨ ਮੌਤ ਦਾ ਡਰ ਵੀ ਨਾਸ ਕਰ ਲੈਂਦਾ ਹੈ, ਨਾਸ ਹੋ ਜਾਂਦਾ ਹੈ ਉਸ ਦਾ। ਕਾਲ ਜਾਲ ਬ੍ਰਹਮ ਅਗਨੀ ਜਾਰੇ। ਜਰਾ ਮਰਨ ਗਤ ਗਰਭ ਨਿਵਾਰੇ। ਕਿ ਜਿਹੜਾ ਹੰਕਾਰ ਨੂੰ ਨਿਵਿਰਤ ਕਰ ਲੈਂਦਾ ਹੈ, ਉਸ ਦਾ ਜਰਾ ਬੁਢੇਪੇ ਦਾ ਦੁੱਖ ਵੀ ਅਤੇ ਮਰਨ ਮੌਤ ਦਾ ਡਰ ਵੀ ਨਾਸ ਹੋ ਜਾਂਦਾ ਹੈ। ਅਤੇ ਮੌਤ ਦੇ ਜਾਲ ਫਾਹੇ ਨੂੰ ਬ੍ਰਹਮ ਅਭਿਆਸ ਰੂਪੀ ਅਗਨੀ ਦੁਆਰਾ ਸਾੜ ਲੈਂਦਾ ਹੈ। ਆਪ ਤਰੈ ਪਿਤਰੀ ਨਿਸਤਾਰੇ। ਉਹ ਪੁਰਖ ਆਪ ਵੀ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ ਅਤੇ ਆਪਣੇ ਪਿਤਰਾਂ ਆਦਿਕ ਕੁਲਾਂ ਨੂੰ ਵੀ ਨਿਸਤਾਰੈ ਤਾਰ ਲੈਂਦਾ ਹੈ। ਕਲਿਆਣ
ਕਰ ਲੈਂਦਾ ਹੈ। ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਹੈ, ਭਗਤ ਜਨ ਬਣ ਜਾਂਦਾ ਹੈ, ਬ੍ਰਹਮ ਗਿਆਨੀ ਬਣ ਜਾਂਦਾ ਹੈ। ਉਸ ਪਰਮੇਸ਼ਰ ਦੇ ਨਾਲ ਮਿਲ ਜਾਂਦਾ ਹੈ। ਉਹ ਆਪਣੀਆਂ 21 ਕੁਲਾਂ ਧਾਰ ਲੈਂਦਾ ਹੈ। ਆਪਣੇ ਪਿੱਤਰਾਂ ਨੂੰ, ਪਿੱਤਰਾਂ ਆਦਿਕ ਕੁਲਾਂ ਨੂੰ ਵੀ ਨਿਸਤਾਰੈ ਤਾਰ ਲੈਂਦਾ ਹੈ, ਕਲਿਆਣ ਕਰ ਲੈਂਦਾ ਹੈ। ਸਤਿਗੁਰ ਸੇਵੇ ਸੋ ਜੋਗੀ ਹੋਏ, ਭੈ ਰਚ ਰਹਿ ਸੋ ਨਿਰਭਉ ਹੋਏ। ਸੋ ਸਤਿਗੁਰੂ ਜੀ ਦਾ ਸੇਵਨ ਕਰਦਾ ਹੈ, ਜੋ ਸਤਿਗੁਰੂ ਸਾਹਿਬ ਜੀ ਦਾ ਸੇਵਨ ਕਰਦਾ ਹੈ। ਸਤਿਗੁਰ ਸੇਵੇ ਸੋ ਜੋਗੀ ਹੋਏ, ਉਹ ਹੀ ਜੋਗੀ ਜੁੜਿਆ ਹੋਇਆ ਜੋਗੀ ਹੋ ਸਕਦਾ ਹੈ। ਸਤਿਗੁਰ ਸੇਵੇ ਸੋ ਜੋਗੀ ਹੋਏ, ਜੋ ਸਤਿਗੁਰੂ ਗੁਰੂ ਸਾਹਿਬ ਜੀ ਦਾ ਸੇਵਨ ਕਰਦਾ ਹੈ, ਸਿਮਰਨ ਕਰਦਾ ਹੈ, ਉਸ ਦਾ ਨਾਮ ਜਪਦਾ ਹੈ, ਉਹ ਹੀ ਜੁੜਿਆ ਹੋਇਆ ਜੋਗੀ ਹੋ ਸਕਦਾ ਹੈ। ਭੈ ਰਚ ਰਹਿ ਸੋ ਨਿਰਭਉ ਹੋਏ, ਜਿਹੜਾ ਪਰਮੇਸ਼ਰ ਦੇ ਭੈ, ਪਰਮੇਸ਼ਰ ਦੇ ਡਰ ਵਿੱਚ ਰਚਿਆ ਰਹਿੰਦਾ ਹੈ, ਉਹ ਨਿਰਭਉ ਭੈ ਤੋਂ ਰਹਿਤ ਹੋ ਜਾਂਦਾ ਹੈ। ਭੈ ਰਚ ਰਹਿ ਸੋ ਨਿਰਭਉ ਹੋਏ, ਜਿਹੜਾ ਪਰਮੇਸ਼ਰ ਦੇ ਭੈ ਵਿੱਚ, ਡਰ ਦੇ ਵਿੱਚ ਰਹਿੰਦਾ ਹੈ, ਉਹ ਨਿਰਭਉ ਭੈ ਤੋਂ ਰਹਿਤ, ਡਰ ਤੋਂ ਰਹਿਤ ਹੋ ਜਾਂਦਾ ਹੈ। ਜੈਸਾ ਸੇਵੇ ਤੈਸੋ ਹੋਏ, ਕਿ ਜਿਸ ਪ੍ਰਕਾਰ ਦਾ ਕੋਈ ਸੇਵਨ ਕਰੇਗਾ, ਸਿਮਰਨ ਕਰੇਗਾ, ਤੈਸੋ ਹੋਏ, ਤੈਸੋ ਤਿਵੇਂ ਦਾ ਹੀ, ਤਿਵੇਂ ਦਾ ਹੀ ਉਸ ਨੂੰ ਫਲ ਪ੍ਰਾਪਤ ਹੋਏ ਹੁੰਦਾ ਹੈ। ਜੋ ਜਿਸ ਪ੍ਰਕਾਰ ਦਾ ਕੋਈ ਸੇਵਨ ਕਰੇਗਾ, ਉਸੇ ਪ੍ਰਕਾਰ ਦਾ ਉਸ ਨੂੰ ਫਲ ਪ੍ਰਾਪਤ ਹੁੰਦਾ ਹੈ। ਭਾਵ ਉਪਾਸਕ ਜਿਸ ਉਪਾਸਿਆ ਦੀ ਉਪਾਸਨਾ ਕਰੇਗਾ, ਉਸ ਦਾ ਹੀ ਰੂਪ ਹੋ ਜਾਏਗਾ। ਮਹਾਰਾਜ ਜੀ ਨੇ ਬੜੇ ਹੀ ਵਿਸਤਾਰ ਦੇ ਨਾਲ ਸਮਝਾਉਣਾ ਕੀਤਾ ਹੈ। ਜੈਸਾ ਸੇਵੇ ਤੈਸੋ ਹੋਏ, ਜਿਸ ਪ੍ਰਕਾਰ ਦਾ ਕੋਈ ਸੇਵਨ ਕਰੇਗਾ, ਉਸੇ ਪ੍ਰਕਾਰ ਦਾ ਉਸ ਨੂੰ ਫਲ ਪ੍ਰਾਪਤ ਹੁੰਦਾ ਹੈ। ਭਾਵ ਉਪਾਸਿਆ, ਉਪਾਸਕ, ਉਪਾਸਕ ਜਿਸ ਉਪਾਸਿਆ ਦੀ ਉਪਾਸਨਾ ਕਰੇਗਾ, ਉਸੇ ਦਾ ਹੀ ਰੂਪ ਹੋ ਜਾਏਗਾ। ਜਿਹੜਾ ਪਰਮੇਸ਼ਰ ਦਾ ਨਾਮ ਜਪੇਗਾ, ਉਹ ਪਰਮੇਸ਼ਰ ਦਾ ਹੀ ਰੂਪ ਹੋ ਜਾਏਗਾ। ਨਾਰ ਨੇਹ ਕੇਵਲ ਨਿਰਭਉ ਨਾਉ, ਨਾਥੈ ਨਾਥ ਕਰੇ ਬਲ ਜਾਓ। ਨਾਰ ਨੇਹ ਕੇਵਲ ਨਿਰਭਉ ਨਾਉ, ਕਿ ਜਿਹੜੇ ਨਿਰਭਉ ਭੈ ਤੋਂ ਰਹਿਤ ਪਰਮੇਸ਼ਰ ਦੇ ਨਾਉ, ਨਾਮ ਨੂੰ ਜਪਦੇ ਹਨ, ਉਹ ਨਾਰ, ਉਹ ਮਨੁੱਖ ਨੇਹ ਕੇਵਲ ਸੁੱਧ ਬ੍ਰਹਮ ਦਾ ਹੀ ਸਰੂਪ ਹੋ ਜਾਂਦੇ ਹਨ। ਨਾਰ ਨੇਹ ਕੇਵਲ ਨਿਰਭਉ ਨਾਉ, ਜਿਹੜੇ ਨਿਰਭਉ ਭੈ ਤੋਂ ਰਹਿਤ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ, ਉਹ ਨਾਰ, ਉਹ ਮਨੁੱਖ ਨੇਹ ਕੇਵਲ ਸੁੱਧ ਬ੍ਰਹਮ ਦਾ ਹੀ ਸਰੂਪ ਹੋ ਜਾਂਦੇ ਹਨ, ਉਸ ਪਰਮੇਸ਼ਰ ਦਾ ਸਰੂਪ ਹੋ ਜਾਂਦੇ ਹਨ। ਅਨਾਥੈ ਨਾਥ ਕਰੇ ਬਲ ਜਾਓ, ਜਿਨ੍ਹਾਂ ਅਨਾਥਾਂ ਯਤੀਮਾਂ ਦਾ ਕੋਈ ਮਾਲਕ ਨਹੀਂ, ਜਿਨ੍ਹਾਂ ਅਨਾਥਾਂ ਦਾ, ਯਤੀਮਾਂ ਦਾ, ਗਰੀਬਾਂ ਦਾ, ਨਿਮਾਣਿਆਂ ਦਾ ਕੋਈ ਮਾਲਕ ਨਹੀਂ, ਉਹਨਾਂ ਨੂੰ ਪਰਮੇਸ਼ਰ ਨੇ ਸਾਰਿਆਂ ਦੇ ਨਾਥ, ਸਾਰਿਆਂ ਦੇ ਮਾਲਕ ਕਰ ਦਿੱਤਾ ਹੈ। ਅਨਾਥੈ ਨਾਥ ਕਰੇ ਬਲ ਜਾਓ, ਕਿ ਮਹਾਰਾਜ ਜੀ ਕਹਿਣ ਲੱਗੇ, ਅਸੀਂ ਉਸ ਪਰਮੇਸ਼ਰ ਤਾਈਂ ਬਲ ਜਾਓ, ਬਲਹਾਰ ਜਾਂਦੇ ਹਾਂ, ਕਿ ਜਿਨ੍ਹਾਂ ਅਨਾਥਾਂ ਯਤੀਮਾਂ ਦਾ ਕੋਈ ਮਾਲਕ ਨਹੀਂ ਸੀ, ਉਹਨਾਂ ਨੂੰ ਪਰਮੇਸ਼ਰ ਨੇ ਸਾਰਿਆਂ ਦੇ ਨਾਥ, ਸਾਰਿਆਂ ਦੇ ਮਾਲਕ ਕਰ ਦਿੱਤਾ ਹੈ। ਅਸੀਂ ਉਸ ਪਰਮੇਸ਼ਰ ਤੋਂ ਬਲਹਾਰ ਜਾਂਦੇ ਹਾਂ। ਪੁਨਰਪ ਜਨਮ ਨਾਹੀ ਗੁਣ ਗਾਉ, ਅੰਤਰ ਬਾਹਰ ਏਕੈ ਜਾਣੈ, ਗੁਰ ਕੈ ਸਬਦੇ ਆਪ ਪਛਾਣੈ। ਜਿਹੜੇ ਉਸ ਪਰਮੇਸ਼ਰ ਦੇ ਗੁਣਾਂ ਤਾਈਂ, ਸਿਫਤਾਂ ਤਾਈਂ ਗਾਉਂਦੇ ਹਨ, ਉਹਨਾਂ ਦਾ ਪੁੰਨ ਰੱਬ
ਭਾਵ ਮੁੜ ਕੇ ਕੋਈ ਜਨਮ ਨਹੀਂ ਹੁੰਦਾ। ਪੁਨਰਾਪ ਮੁੜ ਕਰਕੇ ਕੋਈ ਜਨਮ ਨਹੀਂ ਹੋਵੇਗਾ। ਜੈਸਾ ਕਿ ਇੱਕ ਹੀ ਆਵਨ ਫਿਰ ਜੋਨ ਨਾ ਆਇਆ। ਫਿਰ ਮਹਾਰਾਜ ਜੀ ਕਹਿਣ ਲੱਗੇ, ਅੰਤਰ ਬਾਹਰ ਏਕੋ ਜਾਣੈ, ਗੁਰ ਕੈ ਸਬਦੇ ਆਪ ਪਛਾਣੈ। ਹਿਰਦੇ ਦੇ ਅੰਦਰ ਵੀ ਅਤੇ ਬਾਹਰ ਸੰਸਾਰ ਵਿੱਚ ਵੀ ਇੱਕ ਪਰਮੇਸ਼ਰ ਨੂੰ ਹੀ ਜਾਣਨਾ ਕਰੋ। ਸਤਿਗੁਰਾਂ ਦੇ ਉਪਦੇਸ਼ ਦੁਆਰਾ ਆਪ ਨਿਜ ਸਰੂਪ ਨੂੰ ਪਛਾਨਣਾ ਕਰੋ। ਸਾਚੈ ਸ਼ਬਦ ਦਰ ਨਿਸ਼ਾਨੈ। ਇਹੋ ਹੀ ਸੱਚੇ ਗੁਰੂ ਸਾਹਿਬ ਜੀ ਦੇ ਉਪਦੇਸ਼ ਕਰਕੇ ਵਾਹਿਗੁਰੂ ਦੀ ਦਰਗਾਹ ਵਿੱਚ ਨਿਸ਼ਾਨੀ ਹੈ। ਭਾਵ ਇਸ ਕਰਕੇ ਹੀ ਪ੍ਰਵਾਨਿਕ ਹੋਈਦਾ ਹੈ। ਸ਼ਬਦ ਮਰੈ ਤਿਸ ਨਿਜ ਕਰ ਵਾਸਾ, ਆਵੈ ਨਾ ਜਾਵੈ ਚੂਕੈ ਆਸਾ। ਜੋ ਗੁਰਾਂ ਦੇ ਉਪਦੇਸ਼ ਕਰਕੇ ਜੀਵਤ ਭਾਤੋਂ ਮਰਦਾ ਹੈ, ਉਸ ਦਾ ਨਿਜ ਸਰੂਪ ਰੂਪੀ ਘਰ ਵਿੱਚ ਵਸਣਾ ਹੁੰਦਾ ਹੈ। ਜੋ ਗੁਰਾਂ ਦੇ ਸ਼ਬਦ, ਗੁਰਾਂ ਦੇ ਉਪਦੇਸ਼ ਕਰਕੇ ਵਿਕਾਰਾਂ ਵੱਲੋਂ ਮਰਦਾ ਹੈ, ਭਾਵ ਵਿਕਾਰਾਂ ਨੂੰ ਤਿਆਗ ਦਿੰਦਾ ਹੈ, ਉਸ ਦਾ ਸਰੂਪ ਰੂਪੀ ਘਰ ਵਿੱਚ ਵਾਸਾ ਹੋ ਜਾਂਦਾ ਹੈ। ਜਿਸ ਦੀ ਸੰਸਾਰ ਦੀ ਆਸ਼ਾ ਉਮੀਦ ਚੁੱਕੀ ਜਾਂਦੀ ਹੈ, ਪਦਾਰਥਾਂ ਦੀ ਆਸ਼ਾ ਉਮੀਦ ਚੁੱਕੀ ਜਾਂਦੀ ਹੈ, ਉਹ ਫਿਰ ਜਨਮ ਧਾਰ ਕੇ ਆਵੈ ਆਉਂਦਾ ਨਹੀਂ ਅਤੇ ਮਰ ਕਰਕੇ ਜਾਂਦਾ ਨਹੀਂ। ਭਾਵ ਉਸ ਦਾ ਦੁਨੀਆ ਵਿੱਚ ਆਉਣਾ ਜਾਣਾ ਨਹੀਂ ਹੁੰਦਾ। ਗੁਰ ਕੈ ਸ਼ਬਦ ਕਮਲ ਪ੍ਰਗਾਸ। ਸਤਿਗੁਰਾਂ ਦੇ ਸ਼ਬਦ, ਸਤਿਗੁਰਾਂ ਦੇ ਉਪਦੇਸ਼ ਕਰਕੇ ਉਸ ਦਾ ਹਿਰਦਾ ਕੌਲ ਫੁੱਲ ਦੀ ਨਿਆਈ ਖਿੜ ਆਉਂਦਾ ਹੈ। ਜੋ ਦੀਸੈ ਸੋ ਆਸ ਨਿਰਾਸਾ, ਕਾਮ ਕ੍ਰੋਧ ਬਿਖ ਭੂਖ ਪਿਆਸਾ। ਜੋ ਦੀਸੈ ਸੋ ਆਸ ਨਿਰਾਸਾ, ਕਾਮ ਕ੍ਰੋਧ ਬਿਖ ਭੂਖ ਪਿਆਸਾ। ਜਿਹੜਾ ਕੁਝ ਵੀ ਸੰਸਾਰ ਵਿੱਚ ਇਹਨਾਂ ਅਸਥੂਲ ਅੱਖਾਂ ਨਾਲ ਦਿਸ ਰਿਹਾ ਹੈ, ਜੋ ਦਿਸੈ, ਜੋ ਜਿਹੜਾ ਕੁਝ ਵੀ ਸੰਸਾਰ ਵਿੱਚ ਇਹਨਾਂ ਅਸਥੂਲ ਅੱਖਾਂ ਨਾਲ ਦਿਸ ਰਿਹਾ ਹੈ, ਸੋ ਆਸ ਨਿਰਾਸਾ। ਉਹ ਸੋ ਹੁੰਦਾ ਉਸ ਦੀ ਆਸਾ ਉਮੀਦ ਵੱਲੋਂ ਨਿਰਾਸ ਹੀ ਰਹਿਣਾ ਕਰੇ। ਕਾਮ ਵਿਕਾਰ ਦ੍ਰਿਸ਼ਟੀ, ਕ੍ਰੋਧ ਗੁੱਸਾ ਆਦਿਕ ਸਾਰੇ ਵਿਸ਼ਿਆਂ ਦੀ ਭੁੱਖ ਵੱਲੋਂ ਪਿਆਸਾ ਤਿਹਾਇਆ ਹੀ ਰਹਿਣਾ ਕਰੇ। ਭਾਵ ਇਹਨਾਂ ਨੂੰ ਭੋਗਣ ਵਿੱਚ ਨਾ ਲੱਗੇ। ਜਿਹੜਾ ਕਾਮ ਕ੍ਰੋਧ ਆਦਿਕ ਵਿਸ਼ਿਆਂ ਵਿੱਚ ਭੁੱਖਾਂ ਵਿੱਚ ਰਹਿੰਦਾ ਹੈ, ਹਰ ਵੇਲੇ ਪਿਆਸਾ ਤਿਹਾਇਆ ਰਹਿੰਦਾ ਹੈ, ਉਸ ਦੀ ਕਦੀ ਵੀ ਤ੍ਰਿਪਤੀ ਨਹੀਂ ਹੁੰਦੀ। ਮਹਾਰਾਜ ਜੀ ਕਹਿਣ ਲੱਗੇ ਕਿ ਬਿਖੈ ਠਗੋਰੀ ਜਿਨ ਜਿਨ ਖਾਈ। ਜਿਹੜੀ ਵਿਉ ਰੂਪੀ ਠੱਗ ਬੂਟੀ ਜਿਨ੍ਹਾਂ ਜਿਨ੍ਹਾਂ ਨੇ ਖਾਈ ਹੈ, ਤਾਂ ਕਿ ਤ੍ਰਿਸ਼ਨਾ ਕਬਹੂ ਨਾ ਜਾਈ। ਉਹਨਾਂ ਦੀ ਤ੍ਰਿਸ਼ਨਾ ਕਦੇ ਵੀ ਨਹੀਂ ਜਾਂਦੀ। ਬਿਖੈ ਠਗੋਰੀ ਕਿ ਜਿਹੜੀ ਠੱਗਣ ਵਾਲੀ ਵਿਖਿਆ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ੇ ਹਨ ਜਾਂ ਮਾਇਆ ਹੈ, ਜਿਨ੍ਹਾਂ ਦੀ ਇਹਨਾਂ ਦੇ ਨਾਲ ਵਿਰਤੀ ਲੱਗੀ ਹੈ, ਉਹਨਾਂ ਦੀ ਫਿਰ ਤ੍ਰਿਸ਼ਨਾ ਕਦੇ ਵੀ ਨਹੀਂ ਜਾਂਦੀ। ਮਹਾਰਾਜ ਜੀ ਕਹਿਣ ਲੱਗੇ, ਨਾਨਕ ਬਿਰਲੇ ਮਿਲਹਿ ਉਸ ਉਦਾਸਾ। ਗੁਰੂ ਨਾਨਕ ਦੇਵ ਮਹਾਰਾਜ ਜੀ ਤਤ ਸਿਧਾਂਤ ਦੀ ਪੰਕਤੀ ਵਿੱਚ ਸਮਝਾ ਰਹੇ ਹਨ। ਨਾਨਕ ਬਿਰਲੇ ਮਿਲਹਿ ਉਦਾਸਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਕੋਈ ਬਿਰਲੇ ਟਾਵੇਂ ਟਾਵੇਂ ਹੀ ਹਨ, ਜਿਹੜੇ ਇਹਨਾਂ ਵਿਕਾਰਾਂ ਵੱਲੋਂ ਉਦਾਸਾ ਉਦਾਸਤਾਈ ਧਾਰ ਕੇ ਸਤ ਸੰਗਤ ਦੇ ਵਿੱਚ ਮਿਲਦੇ ਹਨ। ਕੋਈ ਬਿਰਲੇ ਹੀ ਵਿਸ਼ਿਆਂ ਵੱਲੋਂ ਉਦਾਸੀਨ ਹੋ ਕਰਕੇ ਵਾਹਿਗੁਰੂ ਦੇ ਸਰੂਪ ਵਿੱਚ ਮਿਲਦੇ ਹਨ। ਸੰਸਾਰ ਵਿੱਚ ਅਜਿਹੇ ਉਦਾਸੀਨ ਮਹਾਂਪੁਰਖ ਬਿਰਲੇ ਹੀ ਮਿਲਦੇ ਹਨ, ਜਿਹੜੇ ਮਹਾਰਾਜ ਜੀ ਕਹਿਣ ਲੱਗੇ, ਜਿਹੜੇ ਇਹਨਾਂ ਵਿਕਾਰਾਂ ਵੱਲੋਂ ਉਦਾਸਤਾਈ ਧਾਰ ਕੇ ਸਤ ਸੰਗਤ ਦੇ ਵਿੱਚ ਮਿਲਦੇ ਹਨ, ਉਹ ਬਿਰਲੇ ਹੀ ਹੁੰਦੇ ਹਨ। ਹੈਣ ਬਿਰਲੇ ਨਹੀਂ ਕਨੇਰੇ, ਫੈਲ ਫਕੜ ਸੰਸਾਰ। ਕਿ ਮਹਾਰਾਜ ਜੀ ਨੇ ਬੜੇ ਹੀ ਵਿਸਤਾਰ ਦੇ ਨਾਲ ਸਮਝਾਉਣਾ ਕੀਤਾ ਹੈ ਕਿ ਜਿਹੜੇ ਇਹਨਾਂ ਵਿਸ਼ਿਆਂ ਵਿਕਾਰਾਂ ਤੋਂ
ਵਿਸ਼ਿਆਂ ਵਿਕਾਰਾਂ ਤੋਂ ਦੂਰ ਹਨ, ਨਾਮ ਦੇ ਨਾਲ ਜੁੜੇ ਹਨ ਕਿ ਉਹ ਬਿਰਲੇ ਬਿਰਲੇ ਹੀ ਹਨ, ਟਾਵੇਂ ਟਾਵੇਂ ਹੀ ਹਨ। ਕੋਟਨ ਮੈਂ ਕੋ ਨਾਰਾਇਣ ਜੇ ਚੀਤ, ਜਿਨ੍ਹਾਂ ਦੇ ਚਿੱਤ ਦੇ ਵਿੱਚ ਨਾਰਾਇਣ